BA ਸਮੈਸਟਰ 1 ਪੋਲੀਟੀਕਲ ਸਾਇੰਸ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਰਾਜਨੀਤਿਕ ਸਿਧਾਂਤ ਤੋਂ ਤੁਹਾਡਾ ਕੀ ਮਤਲਬ ਹੈ? ਰਾਜਨੀਤਿਕ ਸਿਧਾਂਤ ਦੇ ਅੰਤਰਗਤ ਰਾਜ, ਸਰਕਾਰ, ਰਾਜਨੀਤਿਕ ਸੰਸਥਾਵਾਂ ਅਤੇ ਮਨੁੱਖ ਦੇ ਰਾਜਨੀਤਿਕ ਵਿਵਹਾਰ ਦਾ ਡੂੰਘਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਰੋਡ ਐਂਡਰਸਨ ਅਤੇ ਕ੍ਰਿਸਟਲ ਦਾ ਮਤ ਹੈ ਕਿ ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਦੀ ਇੱਕ ਅਜਿਹੀ ਸ਼ਾਖਾ ਹੈ ਜੋ ਦੂਸਰੇ ਮਾਹਿਰਾਂ ਦੁਆਰਾ ਇਕੱਠੀ ਕੀਤੀ ਗਈ ਵਿਸ਼ਾ ਸਮੱਗਰੀ ਦੇ ਆਧਾਰ ਉੱਤੇ ਵਿਆਪਕ ਅਨੁਮਾਨ, ਸਿੱਟੇ ਜਾਂ ਪਰਿਣਾਮ ਉੱਤੇ ਪਹੁੰਚਣ ਲਈ ਕੋਸ਼ਿਸ਼ ਕਰਦੀ ਹੈ। ਰਾਜਨੀਤੀ ਸ਼ਾਸਤਰ ਦਾ ਸ਼ਾਬਦਿਕ ਅਰਥ ਦੱਸੋ। ਰਾਜਨੀਤੀ ਸ਼ਾਸਤਰ ਨੂੰ ਅੰਗਰੇਜ਼ੀ ਵਿੱਚ ਪੋਲੀਟੀਕਲ ਸਾਇੰਸ ਕਹਿੰਦੇ ਹਨ। ਇਹ ਜੋ ਸ਼ਬਦ ਹੈ ਗ੍ਰੀਕ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਨਿਕਲਿਆ ਹੈ। ਪੋਲਿਸ POLIS ਪੋਲਿਸ। ਪੋਲਿਸ ਦਾ ਮਤਲਬ ਹੈ ਨਗਰ ਰਾਜ। ਕਿਸੇ ਸਮੇਂ ਗ੍ਰੀਕ ਦੇ ਵਿੱਚ ਛੋਟੇ ਛੋਟੇ ਨਗਰ ਰਾਜ ਹੁੰਦੇ ਸਨ। ਉਦੋਂ ਰਾਜਨੀਤੀ ਵਾਸਤੇ ਇਹ ਸ਼ਬਦ ਵਰਤੇ ਜਾਂਦੇ ਸਨ। ਇਸ ਲਈ ਪੋਲੀਟਿਕਸ ਦਾ ਅਰਥ ਹੈ ਨਗਰ ਰਾਜ ਦੇ ਅਧਿਐਨ। ਪਰ ਅੱਜ ਕੱਲ੍ਹ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਹੋ ਗਈ ਹੈ, ਇਸ ਲਈ ਅਸੀਂ ਇਸ ਦਾ ਅਰਥ ਅੱਜ ਰਾਜ ਦੇ ਅਧਿਐਨ ਤੋਂ ਲੈਂਦੇ ਹਾਂ। ਇਸ ਤਰ੍ਹਾਂ ਸ਼ਬਦਿਕ ਅਰਥ ਵਿੱਚ ਰਾਜਨੀਤੀ ਸ਼ਾਸਤਰ ਉਹ ਵਿਸ਼ਾ ਹੈ ਜੋ ਰਾਜ ਦਾ ਅਧਿਐਨ ਕਰਦਾ ਹੈ। ਰਾਜਨੀਤੀ ਸ਼ਾਸਤਰ ਦੀ ਪੁਰਾਤਨ ਪਰਿਭਾਸ਼ਾ ਦੱਸੋ। ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਦੇ ਨਾਲ ਹੁੰਦਾ ਹੈ। ਸਟੀਫਨ ਲੀਕਾਕ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਕੇਵਲ ਸਰਕਾਰ ਨਾਲ ਸੰਬੰਧਿਤ ਹੈ। ਫਰਾਂਸੀਸੀ ਵਿਦਵਾਨ ਪਾਲ ਜੈਨਟ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਮਾਜਿਕ ਵਿਗਿਆਨ ਦਾ ਉਹ ਭਾਗ ਹੈ ਜੋ ਰਾਜ ਦੇ ਆਧਾਰ ਅਤੇ ਸਰਕਾਰ ਦੇ ਸਿਧਾਂਤਾਂ ਦਾ ਅਧਿਐਨ ਕਰਦਾ ਹੈ। ਰਿਪੀਟ। ਫਰਾਂਸੀਸੀ ਵਿਦਵਾਨ ਪਾਲ ਜੈਨਟ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਸਮਾਜਿਕ ਵਿਗਿਆਨ ਦਾ ਉਹ ਭਾਗ ਹੈ ਜੋ ਰਾਜ ਦੇ ਆਧਾਰਾਂ ਅਤੇ ਸਰਕਾਰ ਦੇ ਸਿਧਾਂਤਾਂ ਦਾ ਅਧਿਐਨ ਕਰਦਾ ਹੈ। ਰਾਜਨੀਤੀ ਸ਼ਾਸਤਰ ਦੀਆਂ ਦੋ ਆਧੁਨਿਕ ਪਰਿਭਾਸ਼ਾਵਾਂ ਦੱਸੋ। ਰਾਜਨੀਤੀ ਸ਼ਾਸਤਰ ਦੀਆਂ ਕੁਝ ਮਹੱਤਵਪੂਰਨ ਆਧੁਨਿਕ ਪਰਿਭਾਸ਼ਾਵਾਂ ਇਹ ਹਨ। ਕੈਪਲਾਨ ਦੇ ਅਨੁਸਾਰ ਸਾਰੇ ਰਾਜਨੀਤੀ ਸ਼ਾਸਤਰ ਵਿੱਚ ਸ਼ਕਤੀ ਦੀ ਧਾਰਨਾ ਸ਼ਾਇਦ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਸ਼ਕਤੀ ਦੇ ਨਿਰਮਾਣ, ਵਿਘਟਨ ਅਤੇ ਵਰਤੋਂ ਨੂੰ ਹੀ ਰਾਜਨੀਤਿਕ ਵਿਧੀ ਕਿਹਾ ਜਾਂਦਾ ਹੈ। ਲਾਸਵੈਲ ਅਨੁਸਾਰ ਪ੍ਰਭਾਵ ਅਤੇ ਪ੍ਰਭਾਵਕਰਤਿਆਂ ਦਾ ਅਧਿਐਨ ਰਾਜਨੀਤੀ ਦਾ ਅਧਿਐਨ ਹੈ। ਰਿਪੀਟ। ਲਾਸਵੈਲ ਦੇ ਅਨੁਸਾਰ ਪ੍ਰਭਾਵ ਅਤੇ ਪ੍ਰਭਾਵਕਰਤਿਆਂ ਦਾ ਅਧਿਐਨ ਰਾਜਨੀਤੀ ਦਾ ਅਧਿਐਨ ਹੈ। ਪ੍ਰਸ਼ਨ 5। ਰਾਜਨੀਤੀ ਸ਼ਾਸਤਰ ਦੇ ਖੇਤਰ ਦਾ ਵਰਣਨ ਕਰੋ। ਰਾਜਨੀਤੀ ਸ਼ਾਸਤਰ ਦਾ ਖੇਤਰ ਹੈ ਰਾਜ ਦਾ ਭੂਤਕਾਲ, ਵਰਤਮਾਨ ਅਤੇ ਭਵਿੱਖ ਅਧਿਐਨ। ਦੂਸਰਾ, ਸਰਕਾਰ ਦਾ ਅਧਿਐਨ। ਤੀਸਰਾ, ਸ਼ਕਤੀ, ਸੱਤਾ, ਪ੍ਰਭਾਵ ਅਤੇ ਅੰਤਰਰਾਸ਼ਟਰੀ ਸੰਗਠਨ ਦਾ ਅਧਿਐਨ। ਨੰਬਰ 4, ਰਾਜਨੀਤਿਕ ਵਿਚਾਰਧਾਰਾਵਾਂ ਦਾ ਅਧਿਐਨ। ਨੰਬਰ 5, ਸਮੁਦਾਵਾਂ ਅਤੇ ਸੰਸਥਾਵਾਂ ਦਾ ਅਧਿਐਨ। ਇਹ ਰਾਜਨੀਤੀ ਸ਼ਾਸਤਰ ਦੇ ਖੇਤਰ ਦਾ ਵਰਣਨ ਹੈ। ਪ੍ਰਸ਼ਨ 6। ਪੋਲੀਟਿਕਸ ਦੀ ਉਤਪੱਤੀ ਅਤੇ ਅਰਥ ਦੀ ਵਿਆਖਿਆ ਕਰੋ। ਪੋਲੀਟਿਕਸ ਸ਼ਬਦ ਦੀ ਉਤਪੱਤੀ ਗ੍ਰੀਕ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਹੋਈ, ਜਿਸ ਦਾ ਅਰਥ ਹੈ ਨਗਰ ਰਾਜ। ਗ੍ਰੀਕ ਲੋਕ ਨਗਰ ਰਾਜਾਂ ਵਿੱਚ ਰਹਿੰਦੇ ਸਨ, ਇਸ ਲਈ ਪੋਲੀਟਿਕਸ ਦਾ ਅਰਥ ਨਗਰ ਰਾਜ ਦੇ ਅਧਿਐਨ ਤੋਂ ਹੈ। ਪਰ ਅੱਜ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਹੋ ਗਈ ਹੈ। ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਵਿਗਿਆਨ ਦੇ ਵਿਸ਼ੇ ਸੰਬੰਧੀ ਕਿਸੇ ਦੇ ਨੁਕਤਿਆਂ ਦਾ ਵਰਣਨ ਕਰੋ। ਉੱਤਰ। ਸੱਤਾ ਅਤੇ ਸ਼ਕਤੀ ਦਾ ਅਧਿਐਨ। ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਵਿਗਿਆਨ ਦਾ ਮਤਲਬ ਹੈ ਸੱਤਾ ਅਤੇ ਸ਼ਕਤੀ ਦਾ ਅਧਿਐਨ। ਮੈਕਸ ਵੈਬਰ, ਲਾਸਵੈਲ, ਡੇਵਿਡ ਈਸਟਨ ਆਦਿ ਵਿਦਵਾਨਾਂ ਦੇ ਅਨੁਸਾਰ ਰਾਜਨੀਤੀ ਵਿਗਿਆਨ ਵਿੱਚ ਸਭ ਤਰ੍ਹਾਂ ਦੀ ਸ਼ਕਤੀ ਅਤੇ ਸੱਤਾ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਰਾਜਨੀਤਿਕ ਸੱਭਿਆਚਾਰ ਦਾ ਅਧਿਐਨ। ਰਾਜਨੀਤੀ ਵਿਗਿਆਨ ਵਿੱਚ ਕੇਵਲ ਰਾਜ ਤੇ ਸਰਕਾਰ ਦਾ ਹੀ ਨਹੀਂ, ਬਲਕਿ ਰਾਜਨੀਤਿਕ ਸੱਭਿਆਚਾਰ ਦੇ ਅਧਿਐਨ 'ਤੇ ਵੀ ਵਿਸ਼ੇਸ਼ ਕੰਮ ਕੀਤਾ ਜਾਂਦਾ ਹੈ, ਮਤਲਬ ਕਿ ਜ਼ੋਰ ਦਿੱਤਾ ਜਾਂਦਾ ਹੈ। ਪ੍ਰਸ਼ਨ 8। ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਕਿਉਂ ਨਹੀਂ ਮੰਨਿਆ ਜਾਂਦਾ? ਜੋ ਵਿਦਵਾਨ ਰਾਜਨੀਤੀ ਸ਼ਾਸਤਰ ਨੂੰ ਵਿਗਿਆਨ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਦੇ, ਉਹਨਾਂ ਵੱਲੋਂ ਦਿੱਤੀਆਂ ਦਲੀਲਾਂ ਅੱਗੇ ਪੇਸ਼ ਕੀਤੀਆਂ ਗਈਆਂ ਹਨ।
ਪਹਿਲਾ, ਕਰਮਬੱਧਤਾ ਦੀ ਅਣਹੋਂਦ। ਹੋਰ ਭੌਤਿਕ ਵਿਗਿਆਨਾਂ ਵਾਂਗ ਇਸੇ ਵਿਸ਼ੇ ਦਾ ਗਿਆਨ ਕਰਮਬੱਧ ਨਹੀਂ ਹੈ। ਇਸ ਵਿੱਚ ਵਿਕਾਸ ਕ੍ਰਮ ਦੀ ਵੀ ਅਣਹੋਂਦ ਹੈ। ਰਾਜਨੀਤੀ ਸ਼ਾਸਤਰ ਦੇ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਪੁਸਤਕਾਂ ਦੇ ਅਧਿਆਵਾਂ ਦਾ ਸਿਲਸਿਲਾ ਵੀ ਇਕਸਾਰ ਨਹੀਂ, ਪਰੰਤੂ ਭੌਤਿਕ ਵਿਗਿਆਨ ਵਿੱਚ ਇੱਕ ਅਧਿਆਏ ਦਾ ਨਾਲ ਅਤੇ ਅਧਿਆਵਾਂ ਨਾਲ ਅਟੁੱਟ ਸੰਬੰਧ ਹੁੰਦਾ ਹੈ। ਹੁਣ ਇਹ 'ਚ ਕਿਹੜੇ ਮੇਨ ਕਾਰਨ ਹੈ ਜਿਨ੍ਹਾਂ ਦੇ ਕਾਰਨ ਅਸੀਂ ਰਾਜਨੀਤੀ ਵਿਗਿਆਨ ਨੂੰ ਨਹੀਂ ਮੰਨ ਸਕਦੇ? ਕਰਮਬੱਧਤਾ ਦੀ ਅਣਹੋਂਦ ਹੈ, ਵਿਆਪਕ ਪੇਚੀਦਗੀ ਅਤੇ ਵੱਖ-ਵੱਖ ਤਰ੍ਹਾਂ ਦੀ ਵਿਸ਼ਾ ਸਮੱਗਰੀ। ਰਾਜਨੀਤੀ ਸ਼ਾਸਤਰ ਦਾ ਵਿਸ਼ਾ ਇੰਨਾ ਪੇਚੀਦਾ, ਵਿਆਪਕ ਅਤੇ ਵੱਖ-ਵੱਖ ਹੁੰਦਾ ਹੈ, ਇਸ ਵਿੱਚ ਵਿਗਿਆਨਕ ਢੰਗ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। 3, ਕਾਰਜ ਕਾਰਨ ਦੇ ਸੰਬੰਧ ਸਪਸ਼ਟ ਨਹੀਂ ਹਨ। ਰਾਜਨੀਤੀ ਸ਼ਾਸਤਰ ਵਿੱਚ ਕਾਰਜ ਅਤੇ ਕਾਰਨ ਦਾ ਸੰਬੰਧ ਸਥਾਪਿਤ ਨਹੀਂ ਕੀਤਾ ਜਾ ਸਕਦਾ। ਵਿਗਿਆਨ ਦੇ ਸਾਰੇ ਵਿਸ਼ਿਆਂ ਵਿੱਚ ਹਰੇਕ ਕਾਰਜ ਕਿਸੇ ਕਾਰਨ ਦਾ ਸਿੱਟਾ ਹੁੰਦਾ ਹੈ, ਪਰ ਰਾਜਨੀਤਿਕ ਘਟਨਾਵਾਂ ਦਾ ਕੋਈ ਸਪਸ਼ਟ ਅਤੇ ਨਿਸ਼ਚਿਤ ਕਾਰਨ ਨਹੀਂ ਦੱਸਿਆ ਜਾ ਸਕਦਾ। ਰਾਜਨੀਤੀ ਸ਼ਾਸਤਰ ਅਤੇ ਰਾਜਨੀਤਿਕ ਸਿਧਾਂਤ ਦੇ ਵਿੱਚ ਕੋਈ ਅੰਤਰ ਦੱਸੋ। ਪਹਿਲਾ ਅੰਤਰ ਹੈ, ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ, ਆਪਣੇ ਆਪ ਦੇ ਵਿੱਚ ਸੰਪੂਰਨ ਨਹੀਂ ਹੈ। ਦੂਸਰਾ, ਰਾਜਨੀਤਿਕ ਸਿਧਾਂਤ ਰਾਜਨੀਤਿਕ ਵਿਗਿਆਨ ਨੂੰ ਵਿਗਿਆਨਕਤਾ ਪ੍ਰਦਾਨ ਕਰਦਾ ਹੈ, ਜਦੋਂ ਕਿ ਰਾਜਨੀਤਿਕ ਸ਼ਾਸਤਰ ਰਾਜਨੀਤਿਕ ਸਿਧਾਂਤ ਨੂੰ ਵਿਸ਼ਲੇਸ਼ਣ ਲਈ ਸਮੱਗਰੀ ਦਿੰਦਾ ਹੈ। ਨੰਬਰ 3, ਰਾਜਨੀਤਿਕ ਸਿਧਾਂਤ ਦੇ ਖੇਤਰ ਦੇ ਮੁਕਾਬਲੇ ਰਾਜਨੀਤਿਕ ਵਿਗਿਆਨ ਦਾ ਖੇਤਰ ਬਹੁਤ ਵੱਡਾ ਹੈ, ਮਤਲਬ ਵਿਸ਼ਾਲ ਹੈ। ਚੌਥਾ ਕਾਰਨ ਹੈ, ਰਾਜਨੀਤਿਕ ਸਿਧਾਂਤ ਸਿਧਾਂਤਕ ਅਧਿਐਨ ਹੈ, ਜਦ ਕਿ ਰਾਜਨੀਤਿਕ ਵਿਗਿਆਨ ਮੁੱਖ ਤੌਰ 'ਤੇ ਸੰਸਥਾਤਮਕ ਅਧਿਐਨ ਹੈ। ਚੌਥਾ ਕਾਰਨ ਰਿਪੀਟ, ਰਾਜਨੀਤਿਕ ਸਿਧਾਂਤ ਸਿਧਾਂਤਕ ਅਧਿਐਨ ਹੈ, ਜਦ ਕਿ ਰਾਜਨੀਤਿਕ ਵਿਗਿਆਨ ਮੁੱਖ ਤੌਰ 'ਤੇ ਸੰਸਥਾਤਮਕ ਅਧਿਐਨ ਹੈ। ਪਾਠ 6, ਰਾਜ ਦੀ ਉਤਪੱਤੀ ਦਾ ਸਮਾਜਿਕ ਸਮਝੌਤਾ ਅਤੇ ਵਿਕਾਸਵਾਦੀ ਸਿਧਾਂਤ। ਪ੍ਰਸ਼ਨ ਕੀ ਆਏਗਾ? ਰਾਜ ਦੀ ਉਤਪੱਤੀ ਦੇ ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਚਰਚਾ ਕਰੋ, ਆਲੋਚਨਾਤਮਕ ਮੁਲਾਂਕਣ ਕਰੋ। ਜਾਂ ਕੀ ਆ ਸਕਦਾ ਹੋਰ ਸਵਾਲ ਇਹ, ਹਾਬਸ ਦੁਆਰਾ ਦਿੱਤੇ ਰਾਜ ਦੀ ਉਤਪੱਤੀ ਦੇ ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਆਲੋਚਨਾਤਮਕ ਵਿਆਖਿਆ ਕਰੋ। ਇਸ ਤੋਂ ਬਿਨਾਂ ਇਹ ਵੀ ਪੁੱਛ ਸਕਦੇ ਹੈ, ਲਾਕ ਦੁਆਰਾ ਦਿੱਤੇ ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਆਲੋਚਨਾਤਮਕ ਵਿਆਖਿਆ ਕਰੋ। ਉੱਤਰ, ਰਾਜ ਦੀ ਉਤਪੱਤੀ ਦੇ ਸੰਬੰਧ ਵਿੱਚ ਸਮਾਜਿਕ ਸਮਝੌਤੇ ਦਾ ਇਹ ਸਿਧਾਂਤ ਮਹੱਤਵਪੂਰਨ ਹੈ। 17ਵੀਂ ਅਤੇ 18ਵੀਂ ਸਦੀ ਵਿੱਚ ਇਹ ਸਿਧਾਂਤ ਬੜਾ ਪ੍ਰਭਾਵਸ਼ਾਲੀ ਰਿਹਾ। ਇਹ ਸਿਧਾਂਤ ਦੈਵੀ ਉਤਪੱਤੀ ਦੇ ਸਿਧਾਂਤ ਦੇ ਵਿਰੋਧ ਵਿੱਚ ਚਾਲੂ ਹੋਇਆ ਸੀ। ਇਸ ਦੇ ਅਨੁਸਾਰ ਰਾਜ ਨੂੰ ਕੋਈ ਦੈਵੀ ਸੰਸਥਾ ਨਹੀਂ ਮੰਨਿਆ ਜਾਂਦਾ, ਸਗੋਂ ਇਹ ਮਨੁੱਖੀ ਸੰਸਥਾ ਮੰਨਿਆ ਜਾਂਦਾ ਹੈ। ਰਾਜ ਦੀ ਉਸਾਰੀ ਈਸ਼ਵਰ ਨੇ ਨਹੀਂ, ਸਗੋਂ ਲੋਕਾਂ ਨੇ ਆਪਸ ਵਿੱਚ ਸਮਝੌਤਾ ਕਰਕੇ ਕੀਤੀ ਹੈ। ਇਹ ਸਿਧਾਂਤ ਰਾਜ ਦੇ ਜਨਮ ਦੇ ਨਾਲ ਨਾਲ ਰਾਜਾ ਅਤੇ ਪ੍ਰਜਾ ਦੇ ਸੰਬੰਧਾਂ 'ਤੇ ਵੀ ਚਾਨਣ ਪਾਉਂਦਾ ਹੈ। ਇਹੀ ਕਾਰਨ ਹੈ ਕਿ ਇਸ ਸਿਧਾਂਤ ਦੀ ਵਿਵਹਾਰਿਕ ਮਹੱਤਤਾ ਵੀ ਰਹੀ ਹੈ। ਇਸ ਸਿਧਾਂਤ ਦਾ ਮੁੱਖ ਸੰਬੰਧ ਮੁੱਖ ਤੌਰ 'ਤੇ 3 ਵਿਚਾਰਕਾਂ ਦੇ ਨਾਲ ਹੈ, ਜਿਨ੍ਹਾਂ ਦੇ ਨਾਂ ਹਨ ਥਾਮਸ ਹੌਬਸ, ਜਾਨ ਲਾਕ ਅਤੇ ਰੂਸੋ। ਇਹਨਾਂ ਤਿੰਨਾਂ ਲੇਖਕਾਂ ਦੇ ਵਿਚਾਰ ਪੂਰੀ ਤਰ੍ਹਾਂ ਆਪਸ ਵਿੱਚ ਨਹੀਂ ਮਿਲਦੇ, ਪਰ ਤਿੰਨੇ ਵਿਚਾਰਕ ਇਸ ਗੱਲ ਤੋਂ ਸਹਿਮਤ ਹਨ ਕਿ ਪੁਆਇੰਟ 1, ਰਾਜ ਬਣਨ ਤੋਂ ਪਹਿਲਾਂ ਲੋਕ ਪ੍ਰਕਿਰਤਿਕ ਅਵਸਥਾ ਸਟੇਟ ਆਫ ਨੇਚਰ ਵਿੱਚ ਰਹਿੰਦੇ ਸਨ। ਦੂਜਾ, ਲੋਕਾਂ ਨੇ ਆਪਸ ਵਿੱਚ ਸਮਝੌਤਾ ਕਰਕੇ ਪ੍ਰਕਿਰਤਿਕ ਅਵਸਥਾ ਨੂੰ ਖਤਮ ਕਰ ਦਿੱਤਾ ਅਤੇ ਰਾਜ ਦੀ ਉਸਾਰੀ ਕੀਤੀ। ਪ੍ਰਾਕਿਰਤਿਕ ਅਵਸਥਾ ਸਟੇਟ ਆਫ ਨੇਚਰ। ਹਾਬਸ, ਲਾਕ ਅਤੇ ਰੂਸੋ ਤਿੰਨੇ ਲੇਖਕ ਇਸ ਗੱਲ 'ਤੇ ਇਕਮਤ ਹਨ ਕਿ ਆਦਿ ਯੁੱਗ ਵਿੱਚ ਕੋਈ ਰਾਜ ਨਹੀਂ ਸੀ, ਲੋਕ ਬਿਨਾਂ ਰਾਜ ਦੇ ਰਹਿੰਦੇ ਸਨ। ਇਸ ਅਵਸਥਾ ਨੂੰ ਪ੍ਰਾਕਿਰਤਿਕ ਅਵਸਥਾ ਦੇ ਨਾਲ ਨਾਲ ਪੁਕਾਰਿਆ ਜਾਂਦਾ ਹੈ। ਇਸ ਵੇਲੇ ਕੋਈ ਕਾਨੂੰਨ ਨਹੀਂ ਸੀ ਅਤੇ ਹਰੇਕ ਵਿਅਕਤੀ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀ ਅਤੇ ਆਪਣੇ ਉੱਪਰ ਆਪ ਰਾਜ ਕਰਦਾ ਸੀ। ਪ੍ਰਾਕਿਰਤਿਕ ਅਵਸਥਾ ਵਿੱਚ ਲੋਕਾਂ ਦੀ ਹਾਲਤ ਕਿਹੋ ਜਿਹੀ ਸੀ, ਇਸ ਬਾਰੇ 3 ਲੇਖਕਾਂ ਦੇ ਵਿਚਾਰ ਨਹੀਂ ਮਿਲਦੇ। ਹਾਬਸ ਦੇ ਅਨੁਸਾਰ ਪ੍ਰਾਕਿਰਤਿਕ ਅਵਸਥਾ ਵਿੱਚ ਲੋਕ ਜੰਗਲੀ ਜੀਵਨ ਬਤੀਤ ਕਰਦੇ ਸਨ ਅਤੇ ਜਿਸ ਦੀ ਲਾਠੀ ਉਸ ਦੀ ਭੈਂਸ ਦਾ ਸਿਧਾਂਤ ਚਾਲੂ ਸੀ, ਨਾ ਕਿ ਕਿਸੇ ਦਾ
ਨਾ ਕਿਸੇ ਦਾ ਜੀਵਨ ਸੁਰੱਖਿਅਤ ਸੀ ਅਤੇ ਨਾ ਹੀ ਕਿਸੇ ਦੀ ਸੰਪत्ति। ਲਾਕ ਦੇ ਅਨੁਸਾਰ ਪ੍ਰਕਿਰਤਿਕ ਅਵਸਥਾ ਵਿੱਚ ਲੋਕ ਪ੍ਰਾਕਿਰਤਿਕ ਨਿਯਮਾਂ ਦਾ ਪਾਲਣ ਕਰਦੇ ਸਨ ਅਤੇ ਪ੍ਰਕਿਰਤਿਕ ਅਧਿਕਾਰਾਂ ਦਾ ਭੋਗ ਕਰਦੇ ਸਨ। ਇੱਕ ਵਿਅਕਤੀ ਦੂਜੇ ਨੂੰ ਕੋਈ ਦੁੱਖ ਨਹੀਂ ਦਿੰਦਾ ਸੀ, ਪਰ ਪ੍ਰਕਿਰਤਿਕ ਨਿਯਮਾਂ ਦੀ ਵਿਆਖਿਆ ਕਰਨ ਅਤੇ ਉਹਨਾਂ ਨੂੰ ਲਾਗੂ ਕਰਨ ਵਾਲੀ ਕੋਈ ਸ਼ਕਤੀ ਨਹੀਂ ਸੀ। ਰੂਸੋ ਦਾ ਵਿਚਾਰ ਹੈ ਕਿ ਪ੍ਰਾਕਿਰਤਿਕ ਅਵਸਥਾ ਵਿੱਚ ਵਿਅਕਤੀ ਆਤਮ-ਨਿਰਭਰ, ਖੁਸ਼ ਅਤੇ ਇਕੱਲਾ ਰਹਿੰਦਾ ਸੀ। ਆਬਾਦੀ ਦੇ ਵਧਣ ਅਤੇ ਸਥਾਈ ਘਰ ਬਣਨ ਤੇ ਸੰਪत्ति ਦੇ ਬਾਰੇ ਉਹਨਾਂ ਵਿੱਚ ਲੜਾਈ ਝਗੜੇ ਹੋਣ ਲੱਗੇ। ਆੜਾ ਸਮਾਜਿਕ ਸਮਝੌਤਾ, ਸੋਸ਼ਲ ਕੰਟਰੈਕਟ। ਤਿੰਨੇ ਵਿਚਾਰਕ ਇਸ ਗੱਲ ਤੋਂ ਸਹਿਮਤ ਹਨ ਕਿ ਪ੍ਰਾਕਿਰਤਿਕ ਅਵਸਥਾ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਨੇ ਆਪਸ ਵਿੱਚ ਸਮਝੌਤਾ ਕੀਤਾ ਅਤੇ ਆਪਣੇ ਉੱਪਰ ਆਪ ਰਾਜ ਦੇ ਅਧਿਕਾਰ ਛੱਡ ਦਿੱਤੇ। ਇਸ ਦੇ ਬਦਲੇ ਲੋਕਾਂ ਨੂੰ ਨਾਗਰਿਕਤਾ ਦੇ ਅਧਿਕਾਰ ਮਿਲੇ। ਇਸ ਤਰ੍ਹਾਂ ਸਮਝੌਤੇ ਦੁਆਰਾ ਲੋਕਾਂ ਨੇ ਰਾਜ ਦੀ ਸਥਾਪਨਾ ਕੀਤੀ। ਉਹ ਸਮਝੌਤਾ ਕਿਸ ਤਰ੍ਹਾਂ ਦਾ ਸੀ, ਇਸ ਦੇ ਬਾਰੇ ਤਿੰਨ ਵਿਚਾਰਕਾਂ ਦੇ ਵਿਚਾਰ ਵੱਖ-ਵੱਖ ਹਨ। ਹਾਬਸ ਦਾ ਕਹਿਣਾ ਹੈ ਕਿ ਲੋਕਾਂ ਦੇ ਆਪਸ ਵਿੱਚ ਸਮਝੌਤਾ ਕਰਕੇ ਆਪਣੇ ਸਭ ਅਧਿਕਾਰ ਬਿਨਾਂ ਕਿਸੇ ਸ਼ਰਤ ਰਾਜਾਂ ਨੂੰ ਦੇ ਦਿੱਤੇ। ਇਸ ਤਰ੍ਹਾਂ ਨਿਰੰਕੁਸ਼ ਰਾਜਤੰਤਰ ਸਥਾਪਿਤ ਹੋਇਆ। ਲਾਕ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਸਾਰੇ ਅਧਿਕਾਰ ਸਮਾਜ ਨੂੰ ਦੇ ਦਿੱਤੇ ਅਤੇ ਸਮਾਜ ਨੇ ਸ਼ਾਸਨ ਦੇ ਕੁਝ ਅਧਿਕਾਰ ਹਾਕਮ ਜਾਂ ਰਾਜਾ ਨੂੰ ਦੇ ਦਿੱਤੇ। ਇਸ ਤਰ੍ਹਾਂ ਉਸਨੇ ਸੀਮਿਤ ਰਾਜਤੰਤਰ ਦੀ ਪ੍ਰੌੜਤਾ ਕੀਤੀ। ਰੂਸੋ ਦਾ ਕਹਿਣਾ ਹੈ ਕਿ ਲੋਕਾਂ ਨੇ ਆਪਸ ਵਿੱਚ ਸਮਝੌਤੇ ਕਰਕੇ ਆਪਣੇ ਅਧਿਕਾਰ ਆਪਣੇ ਕੋਲ ਸਾਂਝੇ ਰੂਪ ਵਿੱਚ ਰੱਖੇ ਅਤੇ ਉਹ ਸਾਂਝੇ ਰੂਪ ਵਿੱਚ ਹੀ ਇਸ ਦੀ ਵਰਤੋਂ ਕਰਦੇ ਸਨ। ਇਸ ਤਰ੍ਹਾਂ ਉਸਨੇ ਲੋਕ ਪਿਆਰੀ ਪ੍ਰਭੂ ਸੱਤਾ ਦੀ ਪ੍ਰੌੜਤਾ ਕੀਤੀ। ਥਾਮਸ ਹਾਬਸ ਦੇ ਵਿਚਾਰ। ਥਾਮਸ ਹਾਬਸ ਇੰਗਲੈਂਡ ਦਾ ਇੱਕ ਮਹਾਨ ਦਾਰਸ਼ਨਿਕ ਸੀ ਅਤੇ ਕੁਝ ਚਿਰ ਤੱਕ ਰਾਜਾ ਚਾਰਲਸ ਦੂਜੇ ਦਾ ਅਧਿਆਪਕ ਵੀ ਰਿਹਾ। ਆਪਣੀ ਪੁਸਤਕ ਲੈਵਿਆਥਨ ਵਿੱਚ, ਜਿਹੜੀ 1651 ਵਿੱਚ ਛਪੀ, ਉਸਨੇ ਸਮਾਜਿਕ ਸਮਝੌਤੇ ਦੇ ਸਿਧਾਂਤ ਦਾ ਵਿਸਥਾਰ ਨਾਲ ਵਰਣਨ ਕੀਤਾ। ਉਸ ਦੇ ਆਧਾਰ 'ਤੇ ਨਿਰੰਕੁਸ਼ ਰਾਜਤੰਤਰ ਦੀ ਪ੍ਰੌੜਤਾ ਕੀਤੀ। ਹਾਬਸ ਨੇ ਵਿਚਾਰ ਦਿੱਤੇ ਕਿ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਮੁੱਖ ਤੌਰ 'ਤੇ ਵੰਡਿਆ ਜਾ ਸਕਦਾ ਹੈ। ਪਹਿਲਾ, ਮਨੁੱਖੀ ਸੁਭਾਅ ਦੀ ਵਿਆਖਿਆ। ਹਾਬਸ ਨੇ ਸਮਾਜਿਕ ਸਮਝੌਤੇ ਦੇ ਸਿਧਾਂਤ ਦਾ ਵਰਣਨ ਮਨੁੱਖੀ ਸੁਭਾਅ ਦੀ ਵਿਆਖਿਆ ਤੋਂ ਆਰੰਭ ਕੀਤਾ। ਹਾਬਸ ਦੇ ਅਨੁਸਾਰ ਮਨੁੱਖ ਸਦਾ ਹੀ ਆਪਣੇ ਹਿੱਤ ਦੇ ਲਈ ਕੰਮ ਕਰਦਾ ਹੈ। ਉਹ ਸਵਾਰਥੀ, ਲੋਭੀ, ਨਿਰਦਈ ਅਤੇ ਇੱਕ ਦੂਸਰੇ ਦੇ ਵਿਰੋਧੀ ਹੁੰਦੇ ਹਨ ਅਤੇ ਉਹਨਾਂ ਵਿੱਚ ਦਇਆ, ਪ੍ਰੇਮ, ਸਹਿਯੋਗ ਆਦਿ ਦੀ ਭਾਵਨਾ ਨਹੀਂ ਪਾਈ ਜਾਂਦੀ। ਪੁਆਇੰਟ ਨੰਬਰ 2, ਪ੍ਰਾਕਿਰਤਿਕ ਅਵਸਥਾ, ਸਟੇਟ ਆਫ ਨੇਚਰ। ਹਾਬਸ ਆਪਣੇ ਸਮਾਜਿਕ ਸਮਝੌਤੇ ਦਾ ਆਰੰਭ ਪ੍ਰਾਕਿਰਤਿਕ ਅਵਸਥਾ ਤੋਂ ਕਰਦਾ ਹੈ। ਰਾਜ ਦੇ ਬਣਨ ਤੋਂ ਪਹਿਲਾਂ ਵਿਅਕਤੀ ਪ੍ਰਾਕਿਰਤਿਕ ਅਵਸਥਾ ਵਿੱਚ ਰਹਿੰਦਾ ਸੀ। ਪ੍ਰਾਕਿਰਤਿਕ ਅਵਸਥਾ ਵਿੱਚ ਹਰੇਕ ਵਿਅਕਤੀ ਆਪਣੇ ਉੱਪਰ ਰਾਜ ਕਰਦਾ ਸੀ। ਨਾ ਕੋਈ ਕਾਨੂੰਨ ਸੀ, ਨਾ ਕੋਈ ਅਧਿਕਾਰ ਸੀ। ਹਰੇਕ ਵਿਅਕਤੀ ਆਪਣੀ ਮਨਮਰਜ਼ੀ ਕਰਦਾ ਸੀ। ਇਸ ਵਿੱਚ ਜੰਗਲ ਦਾ ਨਿਯਮ, ਲਾਅ ਆਫ ਫੋਰੈਸਟ, ਲਾਗੂ ਸੀ। ਜਿਸ ਦੀ ਲਾਠੀ ਉਸ ਦੀ ਮੱਝ, ਮਾਈਟ ਇਜ਼ ਆਲਵੇਜ਼ ਰਾਈਟ ਵਾਲਾ ਵਾਤਾਵਰਨ ਫੈਲਿਆ ਹੋਇਆ ਸੀ। ਇੱਕ ਵਿਅਕਤੀ ਨੂੰ ਦੂਜਾ ਦੁਆਰਾ ਮਾਰੇ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਇਸੇ ਕਾਰਨ ਮਨੁੱਖ ਦਾ ਜੀਵਨ ਇਕਾਂਗੀ, ਨਿਰਬਲ, ਗੰਦਾ, ਹਿੰਸਕ ਅਤੇ ਥੋੜ ਚਿਰਾ ਸੀ। ਤੀਜਾ ਜੋ ਪੁਆਇੰਟ ਹੈ, ਸਮਾਜਿਕ ਸਮਝੌਤਾ। ਕੁਦਰਤੀ ਅਵਸਥਾ ਦੀ ਨਾ ਸਹਾਰਨ ਵਾਲੀ ਹਾਲਤ ਤੋਂ ਤੰਗ ਆ ਕੇ ਲੋਕਾਂ ਨੇ ਆਪਸ ਵਿੱਚ ਸਮਝੌਤਾ ਕੀਤਾ ਅਤੇ ਆਪਣੇ ਰਾਜ ਦੇ ਆਪਣੇ ਸਭ ਅਧਿਕਾਰ ਇੱਕ ਵਿਅਕਤੀ ਵਿਸ਼ੇਸ਼ ਜਾਂ ਵਿਅਕਤੀਆਂ ਦੇ ਸਮੂਹ ਨੂੰ ਸੌਂਪ ਦਿੱਤੇ। ਹਾਬਸ ਦੇ ਸ਼ਬਦਾਂ ਵਿੱਚ ਹਰੇਕ ਵਿਅਕਤੀ ਨੇ ਇੱਕ ਦੂਜੇ ਨੂੰ ਕਿਹਾ, ਮੈਂ ਆਪਣੇ ਸ਼ਾਸਨ ਦੇ ਆਪਣੇ ਅਧਿਕਾਰਾਂ ਨੂੰ ਇੱਕ ਵਿਅਕਤੀ ਜਾਂ ਸਮਿਤੀ ਨੂੰ ਇਸ ਸ਼ਰਤ 'ਤੇ ਸੌਂਪਦਾ ਹਾਂ ਕਿ ਤੁਸੀਂ ਵੀ ਆਪਣੇ ਅਧਿਕਾਰ ਨੂੰ ਮੇਰੇ ਵਾਂਗ ਇੱਕ ਵਿਅਕਤੀ ਜਾਂ ਸਮਿਤੀ ਨੂੰ ਸੌਂਪਣ ਦੇ ਲਈ ਤਿਆਰ ਹੋ। ਰਿਪੀਟ, ਮੈਂ ਆਪਣੇ ਸ਼ਾਸਨ ਦੇ ਆਪਣੇ ਅਧਿਕਾਰਾਂ ਨੂੰ ਇੱਕ ਵਿਅਕਤੀ ਜਾਂ ਸਮਿਤੀ ਨੂੰ ਇਸ ਸ਼ਰਤ 'ਤੇ ਸੌਂਪਦਾ ਹਾਂ ਕਿ ਤੁਸੀਂ ਵੀ ਆਪਣੇ ਅਧਿਕਾਰ ਨੂੰ ਮੇਰੇ ਵਾਂਗ ਇੱਕ ਵਿਅਕਤੀ ਜਾਂ ਸਮਿਤੀ ਨੂੰ ਸੌਂਪਣ ਲਈ ਤਿਆਰ ਹੋ। ਇਸ ਤਰ੍ਹਾਂ ਲੋਕਾਂ ਨੇ ਆਪਸ ਵਿੱਚ ਸਮਝੌਤਾ ਕਰਕੇ ਆਪਣੇ ਸਭ ਅਧਿਕਾਰ ਰਾਜਾ ਨੂੰ ਦੇ ਦਿੱਤੇ ਅਤੇ ਰਾਜ ਦੀ ਸਥਾਪਨਾ ਹੋਈ।
ਲੋਕਾਂ ਨੇ ਰਾਜ ਨੂੰ ਆਪਣੇ ਸਭ ਅਧਿਕਾਰ ਬਿਨਾਂ ਕਿਸੇ ਸ਼ਰਤ ਦੇ ਦੇ ਦਿੱਤੇ। ਇਸ ਲਈ ਰਾਜਾ 'ਤੇ ਸਮਝੌਤਾ ਲਾਗੂ ਨਹੀਂ ਹੁੰਦਾ ਅਤੇ ਨਾ ਹੀ ਉਸ 'ਤੇ ਅਜਿਹੀ ਕੋਈ ਪਾਬੰਦੀ ਲੱਗਦੀ ਹੈ ਕਿ ਉਸ 'ਤੇ ਆਪਣੀ ਸ਼ਕਤੀ ਦੀ ਵਰਤੋਂ ਕਿਵੇਂ ਕਰਨੀ ਹੈ। ਰਾਜੇ 'ਤੇ ਸਮਝੌਤੇ ਨੂੰ ਤੋੜਨ ਦਾ ਦੋਸ਼ ਨਹੀਂ ਲਾਇਆ ਜਾ ਸਕਦਾ। ਉਸ ਨੂੰ ਨਿਰੰਕੁਸ਼ ਅਤੇ ਅਥਾਹ ਸ਼ਕਤੀ ਪ੍ਰਾਪਤ ਹੈ। ਲੋਕਾਂ ਨੇ ਇੱਕ ਵਾਰ ਆਪਣੇ ਸਾਰੇ ਅਧਿਕਾਰ ਰਾਜਾ ਨੂੰ ਬਿਨਾਂ ਸ਼ਰਤ ਸੌਂਪ ਦਿੱਤੇ। ਇਸ ਕਾਰਨ ਹੁਣ ਉਹ ਇਹਨਾਂ ਅਧਿਕਾਰਾਂ ਨੂੰ ਵਾਪਸ ਵੀ ਨਹੀਂ ਮੰਗ ਸਕਦੇ। ਸਮਝੌਤੇ ਨੂੰ ਤੋੜਨ ਦਾ ਅਰਥ ਹੈ ਲੋਕਾਂ ਦਾ ਪ੍ਰਕਿਰਤਿਕ ਅਵਸਥਾ ਵਿੱਚ ਮੁੜ ਦਾਖਲ ਹੋਣਾ, ਜਿਹੜਾ ਇਸ ਤੋਂ ਵੱਧ ਦੁਖਦਾਈ ਹੈ। ਲੋਕਾਂ ਨੂੰ ਰਾਜਾ ਦੇ ਵਿਰੁੱਧ ਬਗਾਵਤ ਕਰਨ ਅਤੇ ਉਸ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੋਈ ਅਧਿਕਾਰ ਨਹੀਂ। ਇਸ ਤਰ੍ਹਾਂ ਹਾਬਸ ਨੇ ਇਸ ਸਮਝੌਤੇ ਦੇ ਅਨੁਸਾਰ ਨਿਰੰਕੁਸ਼ ਰਾਜ ਦੀ ਪੁਸ਼ਟੀ ਕੀਤੀ। ਰਾਜ ਦਾ ਸਮਾਜਿਕ ਸਮਝੌਤੇ ਦਾ ਸਿਧਾਂਤ ਮੰਦਾ ਇਤਿਹਾਸ, ਮੰਦਾ ਕਾਨੂੰਨ ਅਤੇ ਮੰਦਾ ਦਰਸ਼ਨ ਹੈ। ਵਰਣਨ ਕਰੋ। ਸੋਸ਼ਲ ਕੰਟਰੈਕਟ ਥਿਊਰੀ ਆਫ ਸਟੇਟ ਇਜ਼ ਬੈਡ ਹਿਸਟਰੀ, ਬੈਡ ਲਾ ਐਂਡ ਬੈਡ ਫਿਲਾਸਫੀ। ਡਿਸਕਸ। ਆਓ ਇਸ ਬਾਰੇ ਵਿਚਾਰ ਚਰਚਾ ਕਰਦੇ ਹਾਂ। ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਆਲੋਚਨਾ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ 19ਵੀਂ ਸਦੀ ਵਿੱਚ ਇਹ ਸਿਧਾਂਤ ਦੁਖਿਆਰਾ ਹੋਣ ਲੱਗਾ ਅਤੇ ਅੱਜ ਇਸ ਸਿਧਾਂਤ ਨੂੰ ਕੋਈ ਨਹੀਂ ਮੰਨਦਾ। ਅੱਗੇ ਲਿਖੀਆਂ ਦਲੀਲਾਂ ਦੇ ਆਧਾਰ 'ਤੇ ਅਸੀਂ ਇਸ ਸਿਧਾਂਤ ਦੀ ਆਲੋਚਨਾ ਕਰ ਸਕਦੇ ਹਾਂ। ਪਹਿਲਾ ਇਹਦਾ ਪੁਆਇੰਟ ਹੈ, ਪ੍ਰਾਕਿਰਤਿਕ ਅਵਸਥਾ ਦੀ ਇਤਿਹਾਸ ਪੁਸ਼ਟੀ ਨਹੀਂ ਕਰਦਾ। ਦੂਜਾ ਇਹਦਾ ਪੁਆਇੰਟ ਹੈ, ਸਮਾਜਿਕ ਸਮਝੌਤੇ ਦੀ ਇਤਿਹਾਸ ਪੁਸ਼ਟੀ ਨਹੀਂ ਕਰਦਾ। ਤੀਸਰਾ, ਆਦਿ ਮਨੁੱਖ ਵਿਅਕਤੀਵਾਦੀ ਨਹੀਂ ਸੀ। ਚੌਥਾ, ਮਨੁੱਖੀ ਸੰਸਥਾਵਾਂ ਦਾ ਵਿਕਾਸ ਹੋਇਆ ਹੈ। ਆਓ ਡਿਟੇਲ 'ਚ ਦੇਖਦੇ ਹਾਂ ਹੁਣ। ਪ੍ਰਾਕਿਰਤਿਕ ਅਵਸਥਾ ਦੀ ਇਤਿਹਾਸ ਪੁਸ਼ਟੀ ਨਹੀਂ ਕਰਦਾ। ਸਮਾਜਿਕ ਸਮਝੌਤੇ ਦਾ ਸਿਧਾਂਤ ਇਤਿਹਾਸ ਦੀ ਦ੍ਰਿਸ਼ਟੀ ਨਾਲ ਗਲਤ ਹੈ। ਇਤਿਹਾਸ ਵਿੱਚ ਅਜਿਹਾ ਕੋਈ ਉਦਾਹਰਨ ਨਹੀਂ ਮਿਲਦਾ ਜਦੋਂ ਮਨੁੱਖ ਕੁਦਰਤੀ ਹਾਲਤ ਵਿੱਚ ਰਹਿੰਦਾ ਸੀ। ਉਹ ਹਮੇਸ਼ਾ ਕਿਸੇ ਨਾ ਕਿਸੇ ਸੰਗਠਨ ਵਿੱਚ ਰਿਹਾ ਹੈ। ਸੰਗਠਨ ਬਣਾਉਣਾ ਉਸ ਦਾ ਸੁਭਾਅ ਹੈ। ਇਤਿਹਾਸ ਵਿੱਚ ਗੱਲ ਦੀ ਪੁਸ਼ਟੀ ਕਰਦਾ ਹੈ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਉਹ ਸਮੂਹ ਬਣਾ ਕੇ ਰਹਿੰਦਾ ਸੀ। ਸਮਾਜਿਕ ਸਮਝੌਤੇ ਦੇ ਅਧੀਨ ਜਿਸ ਕੁਦਰਤੀ ਹਾਲਤ ਦਾ ਵਰਣਨ ਕੀਤਾ ਗਿਆ ਹੈ, ਇਤਿਹਾਸ ਵਿੱਚ ਉਸ ਦਾ ਵਰਣਨ ਕਿਤੇ ਨਹੀਂ ਮਿਲਦਾ। ਪੁਆਇੰਟ ਨੰਬਰ 2, ਸਮਾਜਿਕ ਸਮਝੌਤੇ ਦੀ ਇਤਿਹਾਸ ਪੁਸ਼ਟੀ ਨਹੀਂ ਕਰਦਾ। ਸਮਾਜਿਕ ਸਮਝੌਤੇ ਦਾ ਇਹ ਸਿਧਾਂਤ ਅਨਿਤਿਹਾਸਿਕ ਹੈ ਕਿਉਂਕਿ ਇਹ ਸਾਨੂੰ ਇਤਿਹਾਸ ਵਿੱਚ ਅਜਿਹਾ ਕੋਈ ਉਦਾਹਰਨ ਨਹੀਂ ਪੇਸ਼ ਕਰ ਸਕਿਆ ਜਿਸ ਦੇ ਆਧਾਰ 'ਤੇ ਇਹ ਸਿੱਧ ਕੀਤਾ ਜਾ ਸਕੇ ਕਿ ਰਾਜ ਦੀ ਉਤਪੱਤੀ ਸਮਾਜਿਕ ਸਮਝੌਤੇ ਦੁਆਰਾ ਹੋਈ ਹੈ। ਇਸ ਦਾ ਸਿਧਾਂਤ ਕੋਈ ਕਲਪਨਾ 'ਤੇ ਆਧਾਰਿਤ ਹੈ। ਪੁਆਇੰਟ ਨੰਬਰ 3, ਇਹ ਆਪਣੀ ਤੀਜੀ ਦਲੀਲ ਹੈ। ਆਦਿ ਮਨੁੱਖ ਵਿਅਕਤੀਵਾਦੀ ਨਹੀਂ ਸੀ। ਸਮਾਜਿਕ ਸਮਝੌਤੇ ਦੇ ਸਿਧਾਂਤ ਅਨੁਸਾਰ ਆਦਿ ਮਨੁੱਖ ਵਿਅਕਤੀਵਾਦੀ ਸੀ, ਪਰ ਇਹ ਗੱਲ ਸੱਚ ਨਹੀਂ ਹੈ। ਆਦਮੀ ਇੱਕ ਸਮਾਜਿਕ ਪ੍ਰਾਣੀ ਸੀ। ਪੁਰਾਣੇ ਤੋਂ ਪੁਰਾਣੇ ਕਾਲ ਵਿੱਚ ਵੀ ਵਿਅਕਤੀ ਇਕੱਲਾ ਨਹੀਂ ਰਹਿੰਦਾ ਸੀ, ਸਗੋਂ ਦੂਜਿਆਂ ਦੇ ਨਾਲ ਮਿਲ ਕੇ ਰਹਿੰਦਾ ਸੀ। ਪਰਿਵਾਰ ਹੀ ਇੱਕ ਇਕਾਈ ਸੀ, ਵਿਅਕਤੀ ਨਹੀਂ। ਇਸ ਤਰ੍ਹਾਂ ਉਸ ਵੇਲੇ ਵਿਅਕਤੀਆਂ ਵਿੱਚ ਆਪਸ ਵਿੱਚ ਕਿਸੇ ਸਮਝੌਤੇ ਦਾ ਹੋਣਾ ਸੰਭਵ ਨਹੀਂ ਸੀ। ਪੁਆਇੰਟ ਨੰਬਰ 4, ਮਨੁੱਖੀ ਸੰਸਥਾਵਾਂ ਦਾ ਵਿਕਾਸ ਹੋਇਆ ਹੈ। ਸਮਾਜਿਕ ਸਮਝੌਤੇ ਦਾ ਸਿਧਾਂਤ ਗਲਤ ਹੈ ਕਿਉਂਕਿ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਮਨੁੱਖੀ ਸੰਸਥਾਵਾਂ ਦਾ ਵਿਕਾਸ ਹੌਲੀ-ਹੌਲੀ ਹੋਇਆ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੋ ਹਮੇਸ਼ਾ ਹੀ ਸਮਾਜ ਵਿੱਚ ਰਿਹਾ ਹੈ। ਰਾਜ ਦਾ ਵਿਕਾਸ ਹੋਇਆ ਹੈ ਅਤੇ ਇਹ ਨਿਸ਼ਚਿਤ ਕਰਨਾ ਕਿ ਰਾਜ ਕਦੋਂ ਬਣਿਆ ਬਹੁਤ ਕਠਿਨ ਹੈ। ਰਾਜ ਮਨੁੱਖ ਦੇ ਨਾਲ ਸਦਾ ਹੀ ਰਿਹਾ ਹੈ, ਭਾਵੇਂ ਉਸ ਦਾ ਰੂਪ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ। ਆਓ ਹੁਣ ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਕਾਨੂੰਨੀ ਦ੍ਰਿਸ਼ਟੀ ਤੋਂ ਆਲੋਚਨਾ ਕਰਦੇ ਹਾਂ। ਪੁਆਇੰਟ ਨੰਬਰ 1, ਹਰੇਕ ਸਮਝੌਤਾ ਹਿੱਸੇਦਾਰਾਂ 'ਤੇ ਹੀ ਲਾਗੂ ਹੁੰਦਾ ਹੈ। ਐਵਰੀ ਕੰਟਰੈਕਟ ਅਪਲਾਈਜ਼ ਔਨ ਟੂ ਦਾ ਪਾਰਟੀਜ਼ ਟੂ ਦਾ ਕੰਟਰੈਕਟ। ਕਾਨੂੰਨੀ ਦ੍ਰਿਸ਼ਟੀ ਤੋਂ ਹਰੇਕ ਸਮਝੌਤਾ ਉਹਨਾਂ ਹੀ ਲੋਕਾਂ ਤੋਂ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਉਹ ਸਮਝੌਤਾ ਕੀਤਾ ਹੈ। ਜਿਹੜੇ ਲੋਕ ਸਮਝੌਤੇ ਵਿੱਚ ਹਿੱਸੇਦਾਰ ਨਹੀਂ ਹੁੰਦੇ, ਉਹਨਾਂ 'ਤੇ ਸਮਝੌਤਾ ਲਾਗੂ ਨਹੀਂ ਹੁੰਦਾ। ਇਸ ਦੇ ਨਾਲ ਹੀ ਹਿੱਸੇਦਾਰਾਂ ਦੀ ਮੌਤ ਦੇ ਨਾਲ ਹੀ ਸਮਝੌਤਾ ਖਤਮ ਵੀ ਹੋ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ ਆਦਿ ਯੁੱਗ ਵਿੱਚ ਕੀਤਾ ਗਿਆ ਸਮਝੌਤਾ ਅਜੋਕੇ ਲੋਕਾਂ ਉੱਤੇ ਲਾਗੂ ਨਹੀਂ ਹੁੰਦਾ, ਅਰਥਾਤ ਅੱਜ ਜਨਤਾ ਸਮਝੌਤੇ ਦੀਆਂ ਸ਼ਰਤਾਂ ਮੰਨਣ ਦੇ ਲਈ ਪਾਬੰਦ ਨਹੀਂ ਹੈ। ਸਮਝੌਤਾ ਲਾਗੂ ਰਹਿਣ 'ਤੇ ਉਸ ਨੂੰ ਦੁਹਰਾਇਆ ਜਾਣਾ ਜ਼ਰੂਰੀ ਹੈ। ਅਸੀਂ ਰਾਜਾਂ
ਜਾਂ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਿਸੇ ਸਮਝੌਤੇ ਦੇ ਬੰਧਨ ਦੇ ਕਾਰਨ ਨਹੀਂ, ਸਗੋਂ ਸਮਾਜਿਕ ਉਪਯੋਗਤਾ ਦੇ ਕਾਰਨ ਕਰਦੇ ਹਾਂ। ਪੁਆਇੰਟ ਨੰਬਰ 2, ਰਾਜ ਦੇ ਬਿਨਾਂ ਸਮਝੌਤਾ ਸੰਭਵ ਨਹੀਂ। ਸਰ ਹੈਨਰੀ ਮੈਨ ਦਾ ਕਹਿਣਾ ਹੈ ਕਿ ਸਮਝੌਤਾ ਇੱਕ ਕਾਨੂੰਨੀ ਸੰਸਥਾ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਸਮਝੌਤਾ ਉਸ ਵੇਲੇ ਸਾਰਥਕ ਹੁੰਦਾ ਹੈ ਜਦੋਂ ਉਸ ਨੂੰ ਲਾਗੂ ਕਰਨ ਵਾਲੀ ਕੋਈ ਸ਼ਕਤੀ ਹੋਵੇ ਜੋ ਸਰਵ ਉੱਚ ਹੋਵੇ, ਅਰਥਾਤ ਰਾਜ ਦੇ ਬਣਨ ਤੋਂ ਪਿੱਛੋਂ ਹੀ ਲੋਕਾਂ ਦੇ ਵਿੱਚ ਸਮਝੌਤਾ ਹੋ ਸਕਦਾ ਹੈ। ਪਹਿਲਾਂ ਰਾਜ ਬਣਦਾ ਹੈ, ਫਿਰ ਉਸ ਦੇ ਕਾਨੂੰਨ ਬਣਦੇ ਹਨ, ਫਿਰ ਉਹਨਾਂ ਕਾਨੂੰਨਾਂ ਦੇ ਅਨੁਸਾਰ ਹੀ ਸਮਝੌਤੇ ਸੰਭਵ ਨੇ, ਉਸ ਦੇ ਖਿਲਾਫ ਨਹੀਂ। ਜਿਹੜਾ ਰਾਜ ਆਪਣੇ ਆਪ ਸਮਝੌਤੇ ਤੋਂ ਪਿੱਛੇ ਬਣਿਆ ਹੋਵੇ ਉਹ ਸਮਝੌਤੇ ਨੂੰ ਲਾਗੂ ਕਿਵੇਂ ਕਰ ਸਕਦਾ ਹੈ? ਰਿਪੀਟ, ਜਿਹੜਾ ਰਾਜ ਆਪ ਸਮਝੌਤੇ ਤੋਂ ਪਿੱਛੋਂ ਬਣਿਆ ਹੋਵੇ ਉਹ ਸਮਝੌਤੇ ਨੂੰ ਲਾਗੂ ਕਿਵੇਂ ਕਰ ਸਕਦਾ ਹੈ? ਰਾਜ ਪਹਿਲਾ, ਸਮਝੌਤਾ ਬਾਅਦ ਵਿੱਚ। ਸਮਾਜਿਕ ਸਮਝੌਤੇ ਦਾ ਸਿਧਾਂਤ ਕਾਨੂੰਨੀ ਦ੍ਰਿਸ਼ਟੀ ਨਾਲ ਇਸ ਗੱਲ ਲਈ ਵੀ ਗਲਤ ਹੈ ਕਿਉਂਕਿ ਸਿਧਾਂਤ ਦੇ ਅਨੁਸਾਰ ਸਮਝੌਤਾ ਪਹਿਲਾਂ ਹੋਇਆ ਅਤੇ ਰਾਜ ਬਾਅਦ ਵਿੱਚ ਬਣਿਆ, ਪਰ ਅਸਲੀਅਤ ਇਹ ਹੈ ਕਿ ਰਾਜ ਪਹਿਲਾਂ ਹੋਇਆ ਹੈ ਅਤੇ ਸਮਝੌਤਾ ਬਾਅਦ ਵਿੱਚ। ਪੁਆਇੰਟ ਨੰਬਰ 4, ਸਮਝੌਤਾ ਦੋ ਪੱਖਾਂ ਵਿੱਚ ਹੁੰਦਾ ਹੈ। ਕੰਟਰੈਕਟ ਇਜ਼ ਬਿਟਵੀਨ ਟੂ ਪਾਰਟੀਜ਼। ਸਮਝੌਤਾ ਹਮੇਸ਼ਾ ਦੋ ਪੱਖਾਂ ਵਿੱਚ ਹੁੰਦਾ ਹੈ, ਪਰ ਹਾਬਸ ਦੇ ਸਮਝੌਤੇ ਵਿੱਚ ਕੇਵਲ ਇੱਕ ਹੀ ਪੱਖ ਸੀ। ਹਾਬਸ ਦੇ ਸਮਝੌਤੇ ਵਿੱਚ ਸ਼ਾਸਕ ਸ਼ਾਮਿਲ ਨਹੀਂ ਸੀ। ਸਮਝੌਤਾ ਦੋ ਧਿਰਾਂ ਦੇ ਵਿੱਚ ਸੰਭਵ ਹੈ, ਉਹ ਵੀ ਸਿਰਫ ਉਦੋਂ ਸੰਭਵ ਹੈ ਜਦੋਂ ਉਸ ਦੇ ਉੱਤੇ ਕੋਈ ਸਰਵਉੱਚ ਸ਼ਕਤੀ ਹੋਵੇ। ਪੰਜਵਾਂ ਜੋ ਦਲੀਲ ਹੈ ਇਸ ਦੇ ਕਾਨੂੰਨੀ ਆਲੋਚਨਾ ਵਾਸਤੇ, ਉਹ ਹੈ ਕਾਨੂੰਨ ਅਤੇ ਅਧਿਕਾਰ ਸਮਾਜ ਦੇ ਵਿੱਚ ਹੀ ਸੰਭਵ ਹਨ। ਲਾਜ਼ ਐਂਡ ਰਾਈਟਸ ਆਰ ਪੋਸੀਬਲ ਓਨਲੀ ਇਨ ਦਾ ਸੋਸਾਇਟੀ। ਕਾਨੂੰਨ ਅਤੇ ਅਧਿਕਾਰ ਸਮਾਜ ਦੇ ਵਿੱਚ ਹੀ ਸੰਭਵ ਹੁੰਦੇ ਹਨ, ਸਮਾਜ ਦੇ ਬਿਨਾਂ ਜਾਂ ਸਮਾਜ ਦੇ ਬਾਹਰ ਨਹੀਂ। ਕਾਨੂੰਨਾਂ ਨੂੰ ਲਾਗੂ ਕਰਨ, ਉਹਨਾਂ ਦੀ ਰੱਖਿਆ ਕਰਨ ਵਾਲੀ ਸੰਸਥਾ ਜ਼ਰੂਰ ਹੋਣੀ ਚਾਹੀਦੀ ਹੈ। ਸਮਾਜੀਕਰਨ ਤੋਂ ਬਿਨਾਂ ਵਿਅਕਤੀ ਨੂੰ ਅਧਿਕਾਰ ਨਹੀਂ, ਸਿਰਫ ਸ਼ਕਤੀ ਹੀ ਪ੍ਰਾਪਤ ਹੋਣੀ ਸੰਭਵ ਹੈ। ਕੁਦਰਤੀ ਕਾਨੂੰਨਾਂ ਅਤੇ ਕੁਦਰਤੀ ਅਧਿਕਾਰਾਂ ਦੇ ਸਾਮਰਾਜ ਦੀ ਜਿਹੜੀ ਅਵਸਥਾ ਲਾਕ ਨੇ ਦੱਸੀ ਹੈ ਉਹ ਇੱਕ ਚੰਗੀ ਪ੍ਰਤੀਬੰਧਿਤ ਸਮਾਜਿਕ ਅਵਸਥਾ ਹੈ, ਅਰਥਾਤ ਵਿਅਕਤੀ ਉਸ ਸਮਾਜ ਵਿੱਚ ਹੀ ਰਹਿੰਦਾ ਸੀ ਅਤੇ ਸਮਾਜ ਵਿੱਚ ਹੀ ਕੁਦਰਤੀ ਕਾਨੂੰਨਾਂ ਦੇ ਅਨੁਸਾਰ ਨਹੀਂ, ਸਗੋਂ ਰੀਤੀ ਰਿਵਾਜਾਂ ਦੇ ਆਧਾਰ 'ਤੇ ਆਪਣਾ ਕੰਮ ਕਰਦੇ ਹਨ। ਆਓ ਹੁਣ ਸਮਾਜਿਕ ਸਮਝੌਤੇ ਦੇ ਸਿਧਾਂਤ ਦੀ ਦਾਰਸ਼ਨਿਕ ਆਧਾਰ 'ਤੇ ਆਲੋਚਨਾ ਕਰਦੇ ਹਾਂ। ਸਮਾਜਿਕ ਸਮਝੌਤੇ ਦੇ ਸਿਧਾਂਤ ਨੂੰ ਦਾਰਸ਼ਨਿਕ ਆਧਾਰ 'ਤੇ ਵੀ ਦੋਸ਼ਪੂਰਨ ਮੰਨਿਆ ਗਿਆ ਹੈ। ਇਸ ਦੇ ਪੱਖ ਦੇ ਵਿੱਚ ਦਲੀਲਾਂ ਨੇ ਕੁਝ। ਰਾਜ ਇੱਕ ਬਨਾਵਟੀ ਸੰਸਥਾ ਨਹੀਂ, ਸਟੇਟ ਇਜ਼ ਨਾਟ ਐਨ ਆਰਟੀਫਿਸ਼ਲ ਇੰਸਟੀਟਿਊਸ਼ਨ। ਇਹ ਸਮਝੌਤਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਰਾਜ ਇੱਕ ਬਨਾਵਟੀ ਸੰਸਥਾ ਹੈ ਜਿਸ ਨੂੰ ਲੋਕਾਂ ਨੇ ਸਮਝੌਤਾ ਕਰਕੇ ਬਣਾਇਆ ਹੈ, ਪਰ ਇਹ ਗੱਲ ਸੱਚਾਈ ਤੋਂ ਦੂਰ ਹੈ। ਰਾਜ ਇੱਕ ਬਨਾਵਟੀ ਸੰਸਥਾ ਨਹੀਂ, ਰਾਜ ਇੱਕ ਪ੍ਰਕਿਰਤਿਕ ਸੰਸਥਾ ਹੈ ਜਿਹੜੀ ਲੋਕਾਂ ਦੇ ਪ੍ਰਕਿਰਤਿਕ ਸੁਭਾਅ ਦੇ ਕਾਰਨ ਬਣੀ ਹੈ। ਅਸੀਂ ਰਾਜ ਨੂੰ ਵਿਅਕਤੀ ਦਾ ਬਣਾਇਆ ਹੋਇਆ ਇੱਕ ਖਿਡੌਣਾ ਨਹੀਂ ਆਖ ਸਕਦੇ। ਜੋ ਆਲੋਚਨਾ ਕਰਨ ਵਾਸਤੇ ਦੂਜੀ ਦਲੀਲ ਹੈ ਉਹ ਹੈ ਰਾਜ ਵਿਅਕਤੀ ਦੇ ਲਈ ਜ਼ਰੂਰੀ ਹੈ। ਇਸ ਸਿਧਾਂਤ ਦੇ ਅਨੁਸਾਰ ਵਿਅਕਤੀ ਆਪਣੇ ਸਮਾਜ ਦੇ ਸੰਬੰਧ ਇੱਛੁਕ ਹਨ। ਇਸ ਸਿਧਾਂਤ ਦੇ ਅਨੁਸਾਰ ਵਿਅਕਤੀ ਅਤੇ ਸਮਾਜ ਦੇ ਸੰਬੰਧ ਇੱਛੁਕ ਹਨ। ਇਸ ਦਾ ਇਹ ਅਰਥ ਹੋਇਆ ਕਿ ਵਿਅਕਤੀ ਆਪਣੀ ਇੱਛਾ ਨਾਲ ਹੀ ਰਾਜ ਦਾ ਮੈਂਬਰ ਬਣਿਆ ਹੈ। ਇਸ ਦਾ ਅਰਥ ਇਹ ਵੀ ਹੁੰਦਾ ਹੈ ਕਿ ਵਿਅਕਤੀ ਜਦੋਂ ਚਾਹੇ ਰਾਜ ਦੀ ਮੈਂਬਰੀ ਛੱਡ ਸਕਦਾ ਹੈ। ਜਿਹੜੇ ਵਿਅਕਤੀ ਸਮਝੌਤੇ ਦੁਆਰਾ ਕਿਸੇ ਸੰਸਥਾ ਨੂੰ ਬਣਾਉਂਦੇ ਹਨ ਉਹ ਉਸ ਨੂੰ ਤੋੜ ਵੀ ਸਕਦੇ ਹਨ। ਹਿੱਸੇਦਾਰਾਂ ਵਿੱਚੋਂ ਇੱਕ ਧੜਾ ਜਦ ਚਾਹੇ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਨਾ ਕਰ ਸਕਦਾ ਹੈ। ਇਸ ਤਰ੍ਹਾਂ ਰਾਜ ਇੱਕ ਕੰਪਨੀ ਦੇ ਸਮਾਨ ਬਣ ਜਾਂਦਾ ਹੈ ਜਿਹੜੀ ਹਿੱਸੇਦਾਰਾਂ ਨੇ ਆਪਣੀ ਮਰਜ਼ੀ ਨਾਲ ਬਣਾਈ ਹੋਵੇ, ਪਰ ਇਹ ਗੱਲ ਠੀਕ ਨਹੀਂ। ਰਾਜ ਇੱਕ ਅਜਿਹੀ ਸੰਸਥਾ ਹੈ ਜਿਸ ਨੂੰ ਵਿਅਕਤੀ ਤੋੜ ਨਹੀਂ ਸਕਦਾ ਅਤੇ ਉਸ ਦੀ ਮੈਂਬਰੀ ਨੂੰ ਵੀ ਛੱਡ ਨਹੀਂ ਸਕਦਾ। ਜੋ ਤੀਜਾ ਇਸ ਦੀ ਆਲੋਚਨਾ ਵਾਸਤੇ ਤੱਥ ਹੈ, ਅਰਾਜਕਤਾ ਦੀ ਹਾਲਤ ਵਿੱਚ ਸਮਝੌਤਾ ਸੰਭਵ ਨਹੀਂ। ਇਸ ਸਿਧਾਂਤ ਨੂੰ ਤਰਕ ਦੇ ਆਧਾਰ 'ਤੇ ਉੱਕਾ ਵੀ ਨਹੀਂ ਮੰਨਿਆ ਜਾ ਸਕਦਾ। ਸਹੀ ਪ੍ਰਾਕਿਰਤਿਕ ਅਵਸਥਾ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਇੱਕਦਮ ਇਹ ਗੱਲ ਕਿਵੇਂ ਸੁੱਝੀ ਕਿ ਰਾਜ ਬਣਾ ਕੇ ਰਹਿਣ ਲੱਗਣ? ਇਹ ਗੱਲ ਵੀ ਸਮਝ ਵਿੱਚ ਨਹੀਂ ਆਉਂਦੀ ਕਿ ਸਵਾਰਥੀ ਵਿਅਕਤੀ ਇੱਕਦਮ ਇੰਨਾ ਸਮਾਜਿਕ ਕਿਵੇਂ ਹੋ ਸਕਦਾ ਹੈ ਕਿ ਆਪਣੇ ਸਾਰੇ ਅਧਿਕਾਰ ਬਿਨਾਂ ਕਿਸੇ ਸ਼ਰਤ ਦੂਜੇ ਵਿਅਕਤੀ ਜਾਂ ਕਿਸੇ ਵਿਅਕਤੀਆਂ ਦੇ ਸੰਗਠਨ ਨੂੰ ਸੌਂਪ ਦੇਵੇ। ਚੌਥੀ ਜੋ ਇਹਦੇ
ਆਲੋਚਨਾ ਲਈ ਦਲੀਲ ਹੈ, ਸਮਝੌਤੇ ਦੇ ਪਿੱਛੋਂ ਹਰੇਕ ਗੱਲ ਅਪ੍ਰਾਕਿਰਤਿਕ ਨਹੀਂ ਬਣਦੀ। ਐਵਰੀਥਿੰਗ ਡਜ਼ ਨਾਟ ਬਿਕਮ ਅਨਨੈਚੁਰਲ ਆਫਟਰ ਦਾ ਕੰਟਰੈਕਟ। ਸਮਝੌਤਾਵਾਦੀਆਂ ਦਾ ਕਹਿਣਾ ਹੈ ਕਿ ਸਮਝੌਤੇ ਤੋਂ ਪਹਿਲਾਂ ਲੋਕ ਪ੍ਰਾਕਿਰਤਿਕ ਅਵਸਥਾ ਵਿੱਚ ਰਹਿੰਦੇ ਸਨ ਅਤੇ ਉਸ ਵੇਲੇ ਸਾਰੀਆਂ ਗੱਲਾਂ ਪ੍ਰਾਕਿਰਤਿਕ ਅਤੇ ਕੁਦਰਤੀ ਸਨ, ਪਰ ਸਮਝੌਤੇ ਨਾਲ ਰਾਜ ਦੇ ਬਣਨ ਪਿੱਛੋਂ ਸਭ ਗੈਰ ਕੁਦਰਤੀ ਹੋ ਗਈਆਂ। ਇਹ ਗੱਲ ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਕਾਨੂੰਨੀ ਅਧਿਕਾਰ ਅਤੇ ਆਜ਼ਾਦੀ ਪਹਿਲਾਂ ਕੁਦਰਤੀ ਸੀ, ਪਰ ਹੁਣ ਰਾਜ ਦੁਆਰਾ ਦਿੱਤੇ ਜਾਣ 'ਤੇ ਸਾਰੀਆਂ ਗੈਰ ਕੁਦਰਤੀ ਕਿਵੇਂ ਹੋ ਗਈਆਂ? ਅਗਲੀ ਜੋ ਦਲੀਲ ਹੈ, ਰਾਜ ਦੇ ਉਦੇਸ਼ ਮਹਾਨ ਹਨ। ਏਮਜ਼ ਆਫ ਅ ਸਟੇਟ ਆਰ ਗ੍ਰੇਟ। ਇਹ ਗੱਲ ਵੀ ਨਹੀਂ ਮੰਨੀ ਜਾ ਸਕਦੀ ਕਿ ਰਾਜ ਦੀ ਉਸਾਰੀ ਲੋਕਾਂ ਨੇ ਕੁਝ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਕੀਤੀ ਹੈ। ਰਾਜ ਇੱਕ ਜ਼ਰੂਰੀ ਸੰਸਥਾ ਹੈ ਜਿਸ ਦੇ ਮਹਾਨ ਉਦੇਸ਼ ਹਨ। ਸਮਾਜਿਕ ਸਮਝੌਤੇ ਦਾ ਸਿਧਾਂਤ ਖਤਰਨਾਕ ਹੈ। ਦਿਸ ਥਿਊਰੀ ਇਜ਼ ਵੈਰੀ ਮਚ ਡੇਂਜਰਸ। ਵਿਵਹਾਰਿਕ ਦ੍ਰਿਸ਼ਟੀ ਵਿੱਚ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਇਹ ਸਿਧਾਂਤ ਖਤਰਨਾਕ ਹੈ ਅਤੇ ਰਾਜ ਦੇ ਵਿਰੁੱਧ ਬਗਾਵਤ ਦਾ ਪਾਲਕ ਹੈ। ਲੋਕਾਂ ਵਿੱਚ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਜੇਕਰ ਉਹ ਰਾਜ ਨੂੰ ਬਣਾ ਸਕਦੇ ਹਨ ਤਾਂ ਉਸ ਨੂੰ ਤੋੜ ਵੀ ਸਕਦੇ ਹਨ। ਆਪਣੇ ਸਵਾਰਥ ਦੇ ਲਈ ਜਿਹੜੇ ਲੋਕ ਰਾਜ ਬਣਾਉਂਦੇ ਹਨ, ਜੇਕਰ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੂਜੇ ਸਵਾਰਥ ਨੂੰ ਆਪਦੇ ਨੂੰ ਪੂਰਾ ਕਰਨ ਲਈ ਰਾਜ ਰੁਕਾਵਟ ਬਣਦਾ ਹੈ ਤਾਂ ਉਹ ਰਾਜ ਨੂੰ ਤੋੜਨ ਤੋਂ ਝਿਜਕਣਗੇ ਨਹੀਂ। ਜਰਮਨ ਦਾਰਸ਼ਨਿਕ ਬਲੰਸ਼ਲੀ ਦਾ ਕਹਿਣਾ ਹੈ, ਇਹ ਸਿਧਾਂਤ ਇਹ ਸਿੱਧ ਕਰਦਾ ਹੈ ਕਿ ਰਾਜ ਦੀ ਉਤਪੱਤੀ ਦਾ ਕਾਰਨ ਨਿੱਜੀ ਸਵਾਰਥ ਹੈ ਜਿਸ ਨਾਲ ਅਰਾਜਕਤਾ ਦਾ ਦਿਖਾਵਾ ਹੁੰਦਾ ਹੈ। ਬਲੰਸ਼ਲੀ ਦੇ ਅਨੁਸਾਰ ਇਹ ਸਿਧਾਂਤ ਇਹ ਸਿੱਧ ਕਰਦਾ ਹੈ ਕਿ ਰਾਜ ਦੀ ਉਤਪੱਤੀ ਦਾ ਕਾਰਨ ਨਿੱਜੀ ਸਵਾਰਥ ਹੈ ਜਿਸ ਨਾਲ ਅਰਾਜਕਤਾ ਦਾ ਦਿਖਾਵਾ ਹੁੰਦਾ ਹੈ। ਫਰਾਂਸ ਦੀ ਕ੍ਰਾਂਤੀ ਨੂੰ ਇਸ ਸਿਧਾਂਤ ਤੋਂ ਬਹੁਤ ਸਹਾਇਤਾ ਮਿਲੀ ਸੀ। ਫਰਾਂਸ ਦੀ ਕ੍ਰਾਂਤੀ ਨੂੰ ਇਸ ਸਿਧਾਂਤ ਤੋਂ ਬਹੁਤ ਸਹਾਇਤਾ ਮਿਲੀ ਸੀ। ਰਾਜ ਦੀ ਉਤਪੱਤੀ ਦੇ ਇਤਿਹਾਸਿਕ ਵਿਕਾਸਵਾਦੀ ਸਿਧਾਂਤ ਦੀ ਵਿਆਖਿਆ ਕਰੋ। ਰਾਜ ਦੀ ਉਤਪੱਤੀ ਸੰਬੰਧੀ ਇਤਿਹਾਸਿਕ ਜਾਂ ਵਿਕਾਸਵਾਦੀ ਸਿਧਾਂਤ ਦੀ ਵਿਆਖਿਆ ਕਰੋ। ਉੱਤਰ, ਰਾਜ ਦੀ ਉਤਪੱਤੀ ਕਦੋਂ ਤੇ ਕਿਵੇਂ ਹੋਈ, ਇਹ ਇੱਕ ਜਟਿਲ ਪ੍ਰਸ਼ਨ ਹੈ। ਇਸ ਦਾ ਉੱਤਰ ਦੇਣ ਲਈ ਸਾਨੂੰ ਭਿੰਨ-ਭਿੰਨ ਲੇਖਕਾਂ ਦੇ ਵੱਖ-ਵੱਖ ਸਿਧਾਂਤ ਪੇਸ਼ ਕੀਤੇ ਹਨ। ਰਾਜ ਦੀ ਉਤਪੱਤੀ ਦਾ ਸਭ ਤੋਂ ਪੁਰਾਣਾ ਸਿਧਾਂਤ ਰੱਬੀ ਸਿਧਾਂਤ ਮਤਲਬ ਕਿ ਦੈਵਿਕ ਉਤਪੱਤੀ ਦਾ ਸਿਧਾਂਤ ਹੈ। ਇਸ ਸਿਧਾਂਤ ਅਨੁਸਾਰ ਰਾਜ ਨੂੰ ਰੱਬ ਨੇ ਬਣਾਇਆ ਹੈ ਤੇ ਰਾਜਾ ਪਰਮਾਤਮਾ ਦਾ ਪ੍ਰਤੀਨਿਧ ਹੈ, ਮਤਲਬ ਕਿ ਪਰਮਾਤਮਾ ਦੀ ਅਗਵਾਈ ਕਰਦਾ ਹੈ। ਇਸ ਦੀ ਅੱਜ ਕੋਈ ਮਹਾਨਤਾ ਨਹੀਂ ਹੈ। ਇਸ ਸਿਧਾਂਤ ਨੂੰ ਪੂਰਨ ਰੂਪ ਨਾਲ ਰੱਦ ਕੀਤਾ ਜਾ ਚੁੱਕਾ ਹੈ। ਕੁਝ ਲੇਖਕਾਂ ਅਨੁਸਾਰ ਰਾਜ ਸ਼ਕਤੀ ਦਾ ਸਿੱਟਾ ਹੈ। ਇਸ ਸਿਧਾਂਤ ਅਨੁਸਾਰ ਰਾਜ ਦੀ ਉਤਪੱਤੀ, ਰਾਜ ਦਾ ਵਿਕਾਸ ਤੇ ਰਾਜ ਦਾ ਆਧਾਰ ਸ਼ਕਤੀ ਹੈ, ਪਰ ਇਹ ਸਿਧਾਂਤ ਵੀ ਪੂਰੀ ਤਰ੍ਹਾਂ ਠੀਕ ਨਹੀਂ। ਰਾਜ ਦਾ ਜਨਮ ਕੇਵਲ ਸ਼ਕਤੀ ਦੇ ਆਧਾਰ 'ਤੇ ਨਹੀਂ ਹੋਇਆ। ਰਾਜ ਦਾ ਆਧਾਰ ਸ਼ਕਤੀ ਨਾ ਹੋ ਕੇ ਇੱਛਾ ਹੈ। ਰਾਜ ਦਾ ਆਧਾਰ ਸ਼ਕਤੀ ਨਾ ਹੋ ਕੇ ਇੱਛਿਆ ਹੋਇਆ ਹੈ, ਮਤਲਬ ਕਿ ਚਾਹਤ ਦੇ ਨਾਲ ਹੈ। ਕੁਝ ਲੇਖਕਾਂ ਅਨੁਸਾਰ ਰਾਜ ਪਰਿਵਾਰ ਦਾ ਵਿਸਤ੍ਰਿਤ ਰੂਪ ਹੈ। ਰਾਜ ਪਰਿਵਾਰ ਦਾ ਵਿਸਤ੍ਰਿਤ ਰੂਪ ਹੈ ਅਕੋਰਡਿੰਗ ਟੂ ਸਮ ਰਾਈਟਰਸ, ਪਰ ਇਹ ਸਿਧਾਂਤ ਵੀ ਠੀਕ ਨਹੀਂ ਹੈ ਕਿਉਂਕਿ ਰਾਜ ਤੇ ਪਰਿਵਾਰ ਦੇ ਸੰਗਠਨ ਵਿੱਚ ਬਹੁਤ ਫਰਕ ਹੈ। ਰਾਜ ਦਾ ਜਨਮ ਇੰਨੀ ਸਰਲਤਾ ਨਾਲ ਨਹੀਂ ਹੋ ਸਕਦਾ ਜਿੰਨਾ ਕਿ ਇਹ ਸਿਧਾਂਤ ਦੱਸਦਾ ਹੈ। ਇੱਕ ਹੋਰ ਸਿਧਾਂਤ ਅਨੁਸਾਰ ਰਾਜ ਸਮਾਜਿਕ ਸਮਝੌਤੇ ਦਾ ਨਤੀਜਾ ਹੈ, ਪਰ ਇਹ ਸਿਧਾਂਤ ਵੀ ਗਲਤ ਹੈ। ਇਤਿਹਾਸ ਵਿੱਚ ਸਾਨੂੰ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਜੋ ਇਹ ਸਿੱਧ ਕਰ ਸਕੇ ਕਿ ਰਾਜ ਸਮਝੌਤੇ ਦਾ ਨਤੀਜਾ ਹੈ। ਡਾਕਟਰ ਗਾਰਨਰ ਨੇ ਠੀਕ ਕਿਹਾ ਹੈ, ਰਾਜ ਨਾ ਤਾਂ ਰੱਬ ਨੇ ਬਣਾਇਆ ਹੈ, ਨਾ ਹੀ ਉੱਚ ਕੋਟੀ ਦੇ ਸਰੀਰਕ ਬਲ ਦਾ ਹੀ ਸਿੱਟਾ ਹੈ, ਨਾ ਉਹ ਕਿਸੇ ਪ੍ਰਸਤਾਵ ਜਾਂ ਸਮਝੌਤੇ ਦੁਆਰਾ ਬਣਾਇਆ ਗਿਆ ਹੈ ਅਤੇ ਨਾ ਹੀ ਰਾਜ ਪਰਿਵਾਰ ਦਾ ਵਿਸਤ੍ਰਿਤ ਰੂਪ ਹੈ। ਰਾਜ ਨਾ ਕੋਈ ਇਜਾਦ ਕੀਤੀ ਹੋਈ ਚੀਜ਼ ਹੈ ਅਤੇ ਨਾ ਕੋਈ ਬਣਾਈ ਹੋਈ ਮਸ਼ੀਨ ਹੈ। ਆਧੁਨਿਕ ਰਾਜ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਰਾਜ ਦਾ ਵਿਕਾਸ ਹੋਇਆ ਹੈ। ਅਜੋਕੇ ਲੇਖਕ ਰਾਜ ਦੀ ਉਤਪੱਤੀ ਦੇ ਵਿਕਾਸਵਾਦੀ ਸਿਧਾਂਤ ਨੂੰ ਮਾਨਤਾ ਦਿੰਦੇ ਹਨ। ਵਿਕਾਸਵਾਦੀ ਸਿਧਾਂਤ ਨੂੰ ਹੀ ਰਾਜ ਦੀ ਉਤਪੱਤੀ ਦਾ ਸਹੀ ਸਿਧਾਂਤ ਮੰਨਿਆ ਜਾਂਦਾ ਹੈ ਤੇ ਇਹੀ ਸਿਧਾਂਤ ਸਾਨੂੰ ਸਭ ਸਿਧਾਂਤਾਂ ਦੇ ਵਿੱਚੋਂ ਜ਼ਿਆਦਾ ਕਬੂਲ ਹੈ। ਰਾਜ ਦੀ ਉਤਪੱਤੀ ਬਾਰੇ ਵਿਕਾਸਵਾਦੀ ਸਿਧਾਂਤ ਦੀ ਵਿਆਖਿਆ। ਸਟੇਟਮੈਂਟ ਆਫ ਹਿਸਟੋਰੀਕਲ ਥਿਊਰੀ। ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਦਾ ਵਿਕਾਸ ਹੋਇਆ ਹੈ, ਨਿਰਮਾਣ ਨਹੀਂ। ਰਾਜ ਨੂੰ ਮਸ਼ੀਨ ਵਾਂਗ ਆਦਮੀ ਨੇ ਨਹੀਂ ਬਣਾਇਆ। ਰਾਜ ਕਿਸੇ ਸਮਝੌਤੇ ਦਾ ਸਿੱਟਾ ਨਹੀਂ ਹੈ। ਰਾਜ ਇੱਕ ਨਕਲੀ ਸੰਸਥਾ ਨਹੀਂ ਹੈ।
ਸਗੋਂ ਇਹ ਕੁਦਰਤੀ ਸੰਸਥਾ ਹੈ ਜਿਸ ਦਾ ਇਤਿਹਾਸਿਕ ਆਧਾਰ ਉੱਤੇ ਵਿਕਾਸ ਹੋਇਆ ਹੈ। ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਸਦਾ ਸਾਡੇ ਨਾਲ ਰਿਹਾ ਹੈ, ਭਾਵੇਂ ਰਾਜ ਦਾ ਰੂਪ ਕਿਹੋ ਜਿਹਾ ਕਿਉਂ ਨਾ ਰਿਹਾ ਹੋਵੇ। ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਜਦੋਂ ਆਮ ਆਦਮੀ ਰਾਜ ਤੋਂ ਬਿਨਾਂ ਰਿਹਾ ਹੋਵੇ। ਬਰਗਸ ਨੇ ਠੀਕ ਕਿਹਾ ਹੈ, ਰਾਜ ਮਨੁੱਖੀ ਸਮਾਜ ਦਾ ਨਿਰੰਤਰ ਵਿਕਾਸ ਹੈ ਜਿਸ ਦਾ ਆਰੰਭ ਅਪੂਰਨ ਤੇ ਅਵਸਥਿਤ ਹੋ ਕੇ ਹੌਲੀ ਹੌਲੀ ਵਿਕਸਿਤ ਹੁੰਦਾ ਹੋਇਆ ਆਦਮੀਆਂ ਦੇ ਪੂਰਨ ਤੇ ਵਿਸ਼ਵ ਵਿਆਪੀ ਸੰਗਠਨ ਦਾ ਰੂਪ ਲੈ ਰਿਹਾ ਹੈ। ਪ੍ਰੋਫੈਸਰ ਲੀਕਾਕ ਨੇ ਕਿਹਾ ਹੈ, ਰਾਜ ਦੀ ਉਤਪੱਤੀ ਵਿਕਾਸ ਦੇ ਆਧਾਰ ਉੱਤੇ ਹੋਈ ਹੈ ਜਿਸ ਦਾ ਇਤਿਹਾਸ ਆਦਮੀਆਂ ਦੇ ਗਿਆਤ ਅਤੇ ਅਗਿਆਤ ਕਾਲ ਤੱਕ ਫੈਲਿਆ ਹੋਇਆ ਹੈ। ਲੀਕਾਕ ਦੇ ਇਸ ਕਥਨ ਦਾ ਭਾਵ ਹੈ ਕਿ ਰਾਜ ਉਸ ਵੇਲੇ ਤੋਂ ਚੱਲਿਆ ਆ ਰਿਹਾ ਹੈ ਜਿਸ ਦਾ ਵਰਣਨ ਸਾਨੂੰ ਇਤਿਹਾਸ ਵਿੱਚ ਵੀ ਨਹੀਂ ਮਿਲਦਾ। ਇਸੇ ਵਿਚਾਰ ਨੂੰ ਬਰਗਸ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ, ਰਾਜ ਇਤਿਹਾਸਿਕ ਵਿਕਾਸ ਦਾ ਸਿੱਟਾ ਹੈ। ਇਸ ਦਾ ਭਾਵ ਹੈ ਕਿ ਰਾਜ ਮਨੁੱਖੀ ਸਮਾਜ ਦਾ ਨਿਰੰਤਰ ਵਿਕਾਸ ਹੈ ਜੋ ਬਿਲਕੁਲ ਅਧੂਰੇ ਰੂਪ ਵਿੱਚ ਅਤੇ ਬਿਨਾਂ ਕਿਸੇ ਯੋਜਨਾ ਦੇ ਆਰੰਭ ਹੋ ਕੇ ਚੰਗੇ ਰੂਪਾਂ ਵਿੱਚੋਂ ਗੁਜ਼ਰਦਾ ਹੋਇਆ ਮਨੁੱਖੀ ਜਾਤੀ ਦੇ ਪੂਰਨ ਅਤੇ ਵਿਆਪਕ ਸੰਗਠਨ ਵੱਲ ਵੱਧ ਰਿਹਾ ਹੈ। ਇਹ ਠੀਕ ਹੈ ਕਿ ਰਾਜ ਦਾ ਵਿਕਾਸ ਹੋਇਆ ਹੈ, ਪਰ ਇਹ ਕਹਿਣਾ ਕਿ ਰਾਜ ਕਿਸ ਤਰੀਕ ਨੂੰ ਪੈਦਾ ਹੋਇਆ ਇਹ ਅਸੰਭਵ ਹੈ। ਰਾਜ ਦੀ ਉਤਪੱਤੀ ਵਿੱਚ ਭਿੰਨ ਭਿੰਨ ਤੱਤਾਂ ਨੇ ਹਿੱਸਾ ਪਾਇਆ ਹੈ। ਇਹ ਕਹਿਣਾ ਕਿ ਕਿਸ ਤੱਤ ਨੇ ਕਿੱਥੇ ਵਧੇਰੇ ਹਿੱਸਾ ਪਾਇਆ ਹੈ ਜਾਂ ਇਹ ਕਹਿਣਾ ਕਿ ਇਹਨਾਂ ਤੱਤਾਂ ਵਿੱਚੋਂ ਕਿਹੜੇ ਤੱਤ ਮਹਾਨ ਹਨ, ਇਹ ਵੀ ਬਹੁਤ ਕਠਿਨ ਹੈ। ਰਾਜ ਦੀ ਉਤਪੱਤੀ ਲਈ ਹੇਠ ਲਿਖੇ ਤੱਤ ਜ਼ਿੰਮੇਵਾਰ ਹੁੰਦੇ ਹਨ: ਕੁਦਰਤੀ ਸਮਾਜਿਕ ਪ੍ਰੇਰਨਾ, ਦੂਜਾ ਖੂਨ ਦਾ ਰਿਸ਼ਤਾ, ਤੀਜਾ ਧਰਮ, ਚੌਥਾ ਸ਼ਕਤੀ, ਪੰਜਵਾਂ ਆਰਥਿਕ ਸਰਗਰਮੀਆਂ, ਛੇਵਾਂ ਰਾਜਨੀਤਿਕ ਚੇਤਨਾ।